ਸਤਿ ਸ਼੍ਰੀ ਅਕਾਲ। ਸਾਹਿਤਕ ਸੱਚ ਚੈਨਲ 'ਤੇ ਆਪ ਜੀ ਦਾ ਸਵਾਗਤ। ਮੈਂ ਹਾਂ ਹਰਮੀਤ ਕੌਰ। ਅੱਜ ਦੀ ਕਲਾਸ ਵਿੱਚ ਅਸੀਂ ਪ੍ਰਸਿੱਧ ਕਿੱਸਾਕਾਰ ਹਾਸ਼ਮ ਸ਼ਾਹ ਦੁਆਰਾ ਰਚਿਤ ਕਿੱਸਾ ਸੱਸੀ ਪੁੰਨੂ ਦੇ ਭਾਗ 4 ਦੀ ਵਿਆਖਿਆ ਕਰਨ ਜਾ ਰਹੇ ਹਾਂ। ਪਿਛਲੀ ਵੀਡੀਓ ਦੇ ਵਿੱਚ ਅਸੀਂ ਜ਼ਿਕਰ ਕੀਤਾ ਸੀ ਕਿ ਕਿਸ ਤਰ੍ਹਾਂ ਜਦੋਂ ਕੇਚਮ ਸ਼ਹਿਰ ਤੋਂ ਆਇਆ ਹੋਇਆ ਕਾਫਿਲਾ ਸੱਸੀ ਦੇ ਸ਼ਹਿਰ ਭੰਬੋੜ ਦੇ ਵਿੱਚ ਉਸਦੇ ਬਾਗ ਵਿੱਚ ਆ ਕੇ ਡੇਰੇ ਲਾਉਂਦਾ ਹੈ ਅਤੇ ਉਸ ਦੁਆਰਾ ਜਦੋਂ ਊਠਾਂ ਨੂੰ ਖੁੱਲ੍ਹੇ ਛੱਡ ਦਿੱਤਾ ਜਾਂਦਾ ਹੈ, ਊਠਾਂ ਦੁਆਰਾ ਬਾਗ ਦੀ ਤਬਾਹੀ ਮਚਾਉਣ ਦੀ ਖਬਰ ਜਦੋਂ ਸੱਸੀ ਨੂੰ ਮਿਲਦੀ ਹੈ ਤਾਂ ਉਹ ਮਨ ਵਿੱਚ ਸੋਚਦੀ ਹੈ ਕਿ ਇਹ ਕੋਈ ਆਮ ਕਾਫਿਲਾ ਨਹੀਂ ਹੋ ਸਕਦਾ। ਜ਼ਰੂਰ ਇਹ ਕੇਚਮ ਸ਼ਹਿਰ ਵੱਲੋਂ ਆਇਆ ਕਾਫਿਲਾ ਜੋ ਹੈ ਇਸ ਦੇ ਵਿੱਚ ਪੁੰਨੂ ਹੋਵੇਗਾ, ਤਾਂ ਹੀ ਇਹਨਾਂ ਲੋਕਾਂ ਨੇ ਇੰਨੀ ਅੱਤ ਚੁੱਕੀ ਹੋਈ ਹੈ। ਤਾਂ ਉਸ ਤੋਂ ਬਾਅਦ ਉਹ ਬਾਗ ਵੱਲ ਆਉਂਦੀ ਹੈ ਆਪਣੀਆਂ ਸਹੇਲੀਆਂ ਦੇ ਨਾਲ ਸਲਾਹ ਮਸ਼ਵਰਾ ਕਰਕੇ। ਤਾਂ ਉਸ ਵੇਲੇ ਦੀ ਸਥਿਤੀ ਨੂੰ ਬਿਆਨਦਾ ਹੋਇਆ ਕਵੀ ਹਾਸ਼ਮ ਸ਼ਾਹ ਲਿਖ ਰਿਹਾ ਹੈ ਕਿ ਸੱਸੀ ਨਾਲ ਸਈਆਂ ਕਰ ਮਸਲਤ ਬਾਗ ਬਨੇ ਚੱਲ ਆਈ। ਸੱਸੀ ਆਪਣੀਆਂ ਸਹੇਲੀਆਂ ਦੇ ਨਾਲ ਮਸਲਤ ਭਾਵ ਸਲਾਹ ਮਸ਼ਵਰਾ ਕਰਕੇ ਬਾਗ ਵੱਲ ਨੂੰ ਚਾਲੇ ਪਾਉਂਦੀ ਹੈ। ਹਰ ਹਰ ਦੇ ਹੱਥ ਸ਼ਾਖ ਚਿਨਾਰੀ ਤੇਗ ਮਿਸਲ ਸਿਪਾਹੀ, ਔਰ ਸਾਰੀਆਂ ਦੇ ਹੱਥਾਂ ਦੇ ਵਿੱਚ ਚਿਨਾਰ ਦੇ ਰੁੱਖ ਦੀਆਂ ਜੋ ਸ਼ਾਖਾ ਭਾਵ ਟਾਹਣੀਆਂ ਹਨ ਉਹ ਫੜੀਆਂ ਹੋਈਆਂ ਹਨ। ਉਹ ਇਸ ਤਰ੍ਹਾਂ ਇੱਕ ਦ੍ਰਿਸ਼ ਸਿਰਜ ਰਹੀਆਂ ਹਨ ਆਉਂਦੀਆਂ ਹੋਈਆਂ, ਜਿਵੇਂ ਜੋ ਫੌਜ ਦੇ ਸਿਪਾਹੀ ਜਿਹੜੇ ਨੇ ਉਹ ਯੁੱਧ ਨੂੰ ਜਾ ਰਹੇ ਹੋਣ ਅਤੇ ਉਹਨਾਂ ਦੇ ਹੱਥਾਂ ਦੇ ਵਿੱਚ ਤੇਗਾਂ ਭਾਵ ਕਿਰਪਾਨਾਂ ਫੜੀਆਂ ਹੁੰਦੀਆਂ ਹਨ। ਠੀਕ ਸੱਸੀ ਅਤੇ ਉਸ ਦੀਆਂ ਸਹੇਲੀਆਂ ਦੇ ਹੱਥਾਂ ਵਿੱਚ ਫੜੀਆਂ ਚਿਨਾਰ ਦੀਆਂ ਜੋ ਟਹਿਣੀਆਂ ਹਨ ਉਹ ਇਸੇ ਤਰ੍ਹਾਂ ਦਾ ਪ੍ਰਭਾਵ ਸਿਰਜ ਰਹੀਆਂ ਹਨ। ਉਮਰ ਅਵਾਇਲ ਮਾਣ ਹੁਸਨ ਦਾ ਜਾਏ ਪਈਆਂ ਕਰ ਧਾਈ। ਉਮਰ ਅਵਾਇਲ ਭਾਵ ਅਜਾਣ ਉਮਰ ਹੈ, ਭਾਵ ਉਹਨਾਂ ਦੀ ਜੋ ਉਮਰ ਹੈ ਉਹ ਇਸ ਤਰ੍ਹਾਂ ਦੀ ਹੈ ਕਿ ਜਿਸ ਤਰ੍ਹਾਂ ਅੱਲੜ ਉਮਰ ਹੁੰਦੀ ਹੈ, ਅੱਲੜ ਉਮਰ ਹੈ ਉਹਨਾਂ ਦੀ। ਔਰ ਮਾਣ ਹੁਸਨ ਦਾ, ਉਹਨਾਂ ਨੂੰ ਆਪਣੀ ਜਵਾਨੀ ਦਾ, ਆਪਣੇ ਸੁਹੱਪਨ ਦਾ ਇੰਨਾ ਮਾਣ ਹੈ, ਇੰਨੀ ਆਪਣੀ ਸ਼ਕਤੀ ਦੀ ਸਮਰੱਥਾ ਦਾ ਉਹਨਾਂ ਨੂੰ ਮਾਣ ਹੈ ਕਿ ਜਾਏ ਪਈਆਂ ਕਰ ਧਾਈ। ਉਹਨਾਂ ਨੇ ਉਸ ਬਾਗ ਦੇ ਵਿੱਚ ਜੋ ਉਤਰੇ ਹੋਏ ਸਨ ਵਪਾਰੀ, ਉਹਨਾਂ ਦੇ ਉੱਤੇ ਧਾਈ ਭਾਵ ਧਾਵਾ ਬੋਲ ਦਿੱਤਾ, ਉਹਨਾਂ ਨੂੰ ਜਾ ਪਈਆਂ ਇਕੱਠੀਆਂ ਹੋ ਕੇ। ਹਾਸ਼ਮ ਮਾਰ ਪਈ ਕਰਵਾਨਾ ਦੇਣ ਬਲੋਚ ਦੁਹਾਈ। ਇਸ ਤਰ੍ਹਾਂ ਹਾਸ਼ਮ ਸ਼ਾਹ ਕਹਿ ਰਿਹਾ ਹੈ ਕਿ ਸੱਸੀ ਅਤੇ ਉਸ ਦੀਆਂ ਸਹੇਲੀਆਂ ਨੇ ਕਰਵਾਨਾ ਭਾਵ ਉਹਨਾਂ ਜੋ ਵਪਾਰੀਆਂ ਨੂੰ ਇੰਨੀ ਮਾਰ ਪਾਈ, ਭਾਵ ਇੰਨੀ ਉਹਨਾਂ ਦੀ ਮਾਰ ਕੁਟਾਈ ਕੀਤੀ ਕਿ ਉਹ ਦੁਹਾਈਆਂ ਦੇਣ ਲੱਗੇ। ਸ਼ੋਰ ਸ਼ਰਾਬਾ ਚਾਰ ਸਫੇਰੇ ਕੁਰਲਾਹਟ ਮਚ ਗਿਆ। ਸੱਸੀ ਆਣ ਡਿੱਠਾ ਵਿੱਚ ਨੀਂਦਰ ਹੋਤ ਬੇਹੋਸ਼ ਜੂ ਖਾਬੋਂ। ਤਾਂ ਇਸੇ ਦੌਰਾਨ ਸੱਸੀ ਕੀ ਵੇਖਦੀ ਹੈ ਡਿੱਠਾ ਕਿ ਨੀਂਦ ਦੇ ਵਿੱਚ ਜੋ ਹੈ ਬੇਹੋਸ਼ੀ ਦੀ ਹਾਲਤ ਦੇ ਵਿੱਚ ਇੱਕ ਸ਼ਖਸ ਜੋ ਹੈ ਉਹ ਸੁੱਤਾ ਹੋਇਆ ਹੈ। ਔਰ ਖੁਆਬੋਂ ਭਾਵ ਇਸ ਤਰ੍ਹਾਂ ਹੈ ਜਿਵੇਂ ਉਹ ਕੋਈ ਹੁਸੈਨ ਖੁਆਬ ਜਾਂ ਸੁਪਨਾ ਵੇਖ ਰਿਹਾ ਹੋਵੇ। ਸੂਰਜ ਵਾਂਗ ਸ਼ੁਆ ਹੁਸਨ ਦੀ ਬਾਹਰ ਪੈਵਸ ਨਿਕਾਬੋਂ। ਅਤੇ ਉਸ ਦੀ ਜੋ ਹੁਸਨ ਦੀ ਸ਼ੁਆ ਹੈ ਭਾਵ ਇੱਕ ਤਰ੍ਹਾਂ ਜਿਸ ਤਰ੍ਹਾਂ ਸੂਰਜ ਦੀਆਂ ਕਿਰਨਾਂ ਹੁੰਦੀਆਂ ਹਨ, ਠੀਕ ਉਸੇ ਤਰ੍ਹਾਂ ਦੀਆਂ ਕਿਰਨਾਂ ਜਿਹੜੀਆਂ ਨੇ, ਇੱਕ ਰੋਸ਼ਨੀ, ਇੱਕ ਆਭਾ ਉਸਦੇ ਚਿਹਰੇ ਤੋਂ ਜੋ ਹੈ ਦਮਕ ਰਹੀ ਹੈ ਜਾਂ ਉਜਾਗਰ ਹੋ ਰਹੀ ਹੈ। ਔਰ ਜੋ ਉਸਨੇ ਚਿਹਰੇ ਦੇ ਉੱਤੇ ਨਕਾਬ ਪਾਇਆ ਹੋਇਆ ਹੈ, ਢੱਕਿਆ ਹੋਇਆ ਹੈ ਜਿਸ ਕੱਪੜੇ ਦੇ ਨਾਲ ਚਿਹਰਾ, ਉਸ ਦੇ ਵਿੱਚੋਂ ਉਸਦੇ ਸੁਹੱਪਨ ਜਾਂ ਸੁੰਦਰਤਾ ਜਿਹੜੀ ਹੈ ਉਹ ਲਿਸ਼ਕੋਰੇ ਮਾਰ ਰਹੀ ਹੈ। ਭਾਵ ਕਵੀ ਨੇ ਇੱਥੇ ਅਤਕਥਨੀ ਅਲੰਕਾਰ ਦੀ ਵਰਤੋਂ ਕੀਤੀ ਹੈ ਕਿ ਜੇ ਲੱਖ ਪਾਏ ਸੰਦੂਕ ਛੁਪਾਈਏ ਆਵੇ ਮੁਸ਼ਕ ਗੁਲਾਬੋਂ। ਕਿਉਂਕਿ ਕਵੀ ਕਹਿ ਰਿਹਾ ਹੈ ਕਿ ਜਿਸ ਤਰ੍ਹਾਂ ਸੰਦੂਕ ਦੇ ਵਿੱਚ ਜੇਕਰ ਗੁਲਾਬ ਦੇ ਫੁੱਲ ਨੂੰ ਅਸੀਂ ਛੁਪਾ ਦਈਏ, ਰੱਖ ਦਈਏ, ਤਾਂ ਅਸੀਂ ਗੁਲਾਬ ਦੇ ਫੁੱਲ ਨੂੰ ਲੁਕਾ ਦਿੱਤਾ ਹੈ, ਪਰ ਉਸਦੀ ਮੁਸ਼ਕ ਭਾਵ ਸੁਗੰਧੀ ਜਾਂ ਖੁਸ਼ਬੂ ਜੋ ਹੈ ਉਸ ਨੂੰ ਅਸੀਂ ਨਹੀਂ ਲੁਕੋ ਸਕਦੇ, ਉਹ ਜ਼ਾਹਿਰ ਹੋ ਹੀ ਜਾਂਦੀ ਹੈ ਭਾਵੇਂ ਕਿੰਨੇ ਪਰਦਿਆਂ ਵਿੱਚ ਹੋਵੇ। ਹਾਸ਼ਮ ਹੁਸਨ ਪ੍ਰੀਤ ਨਾ ਛੁਪਦੇ ਫਾਰਗ ਹੋਣ ਹਿਜਾਬੋਂ। ਇਸ ਤਰ੍ਹਾਂ ਹਾਸ਼ਮ ਸ਼ਾਹ ਕਹਿ ਰਿਹਾ ਹੈ, ਅਟਲ ਸੱਚਾਈ ਦਾ ਵਰਣਨ ਕਰ ਰਿਹਾ ਹੈ ਕਿ ਗੁਲਾਬ ਦੇ ਫੁੱਲ ਦੀ ਭਾਵ ਸੁਗੰਧੀ ਜਿਹੜੀ ਹੈ, ਸੁਗੰਧੀ ਹੁਸਨ ਜਵਾਨੀ ਅਤੇ ਪ੍ਰੀਤ ਪ੍ਰੇਮ ਜੋ ਹੈ ਇਹ ਕਦੀ ਛੁਪਦੇ ਨਹੀਂ। ਭਾਵ ਇਹ ਕਿੰਨੇ ਵੀ ਪਰਦਿਆਂ ਦੇ ਪਿੱਛੇ, ਓਹਲੇ ਪਰਦੇ ਦੇ ਵਿੱਚ ਹੋਣ, ਇਹ ਜੋ ਹੈ ਨਸ਼ਰ ਹੋ ਹੀ ਜਾਂਦੇ ਹਨ। ਕਿਉਂ ਨਸ਼ਰ ਹੋ ਜਾਂਦੇ ਹਨ? ਕਿਉਂਕਿ ਫਾਰਗ ਹੋਣ ਹਿਜਾਬੋਂ, ਇਹ ਹਰ ਤਰ੍ਹਾਂ ਦੇ ਬੰਧਨਾਂ ਤੋਂ ਮੁਕਤ ਹੁੰਦੇ ਹਨ। ਇਹਨਾਂ ਨੂੰ ਕਿਸੇ ਪਰਦੇ ਹੇਠ ਲੁਕਾਇਆ ਨਹੀਂ ਜਾ ਸਕਦਾ। ਸੁਣ ਫਰਿਆਦ ਬਲੋਚਾਂ ਵਾਲੀ ਤਾਂ ਸੁਧ ਹੋਤ ਸੰਭਾਲੀ। ਉੱਧਰੋਂ ਕਵੀ ਕਹਿ ਰਿਹਾ ਹੈ ਕਿ ਇੱਕ ਪਾਸੇ ਨੀਂਦਰ ਦੇ ਵਿੱਚ ਮਦਹੋਸ਼ ਪਿਆ ਹੈ ਸ਼ਹਿਜ਼ਾਦਾ ਪੁੰਨੂ, ਅਤੇ ਜਦੋਂ ਉਸ ਨੀਂਦ ਦੇ ਵਿੱਚ ਉਸਦੇ ਕੰਨੀ ਆਵਾਜ਼ ਪੈਂਦੀ ਹੈ ਬਲੋਚਾਂ ਵਾਲੀ, ਜੋ ਕਿਉਂਕਿ ਸੱਸੀ ਦੀਆਂ ਸਹੇਲੀਆਂ ਜਿਹੜੀਆਂ ਸਨ ਜੋ ਮਾਰ ਕੁਟਾਈ ਕਰ ਰਹੀਆਂ ਸਨ ਕਰਵਾਨਾਂ ਦੀਆਂ ਭਾਵ ਵਪਾਰੀਆਂ ਦੀ,
ਤਾਂ ਉਹਨਾਂ ਦੇ ਚੀਖ ਚਿਹਾੜੇ ਨੂੰ ਸੁਣ ਕੇ, ਉਸ ਆਵਾਜ਼ਾਂ ਨੂੰ ਸੁਣ ਕੇ ਇੱਕਦਮ ਜੋ ਹੋਤ ਪੁੰਨੂੰ ਹੈ ਉਸ ਨੂੰ ਜਾਗ ਆ ਜਾਂਦੀ ਹੈ, ਸੁਰਤ ਸੰਭਾਲਦਾ ਹੈ। ਵੇਖ ਹੈਰਾਨ ਹੋਇਆ ਸ਼ਹਿਜ਼ਾਦਾ ਫੌਜ ਮਹਿਬੂਬਾਂ ਵਾਲੀ, ਅਤੇ ਇੱਕਦਮ ਜਦੋਂ ਉਸਦੀ ਜਾਗ ਖੁੱਲ੍ਹਦੀ ਹੈ ਤਾਂ ਉਹ ਬੜਾ ਹੈਰਾਨ ਹੁੰਦਾ ਹੈ। ਕਿਉਂਕਿ ਬਾਗ ਦੇ ਵਿੱਚ 4 ਛੁਪੇਰੇ ਜੋ ਹੈ ਮਹਿਬੂਬਾ ਭਾਵ ਸੋਹਣੀਆਂ ਸੁਨੱਖੀਆਂ ਨੌਜਵਾਨ ਕੁੜੀਆਂ ਜਿਹੜੀਆਂ ਹਨ, ਉਹ 4 ਛੁਪੇਰੇ ਬਾਗ ਭਰਿਆ ਹੋਇਆ ਹੈ। ਇਸ ਤਰ੍ਹਾਂ ਲੱਗਦਾ ਹੈ ਜਿਵੇਂ ਮਹਿਬੂਬਾਵਾਂ ਦੀ ਫੌਜ ਜਿਹੜੀ ਹੈ ਉਸ ਬਾਗ ਦੇ ਵਿੱਚ ਉਤਰ ਆਈ ਹੋਵੇ। ਰੌਸ਼ਨ ਰੰਗ ਜਮਾਲ ਸੱਸੀ ਦਾ ਚਮਕ ਪਵੇ ਹਰ ਡਾਲੀ। ਹਾਲਾਂਕਿ ਉਹ ਸਾਰੀਆਂ ਹੀ ਕੁੜੀਆਂ ਬੜੀਆਂ ਅੱਲੜ ਹਨ, ਜਵਾਨ ਹਨ, ਖੂਬਸੂਰਤ ਹਨ, ਪਰ ਉਹਨਾਂ ਸਾਰੀਆਂ ਦੇ ਵਿੱਚੋਂ ਜੋ ਸੱਸੀ ਦਾ ਸੁਹੱਪਨ ਹੈ ਉਹ ਵੱਖਰਾ ਹੀ ਚਮਕ ਰਿਹਾ ਹੈ। ਰੋਸ਼ਨ ਰੰਗ ਜਮਾਲ ਸੱਸੀ ਦਾ ਚਮਕ ਪਵੇ ਹਰ ਡਾਲੀ, ਇਸ ਤਰ੍ਹਾਂ ਲੱਗ ਰਿਹਾ ਹੈ ਕਵੀ ਨੇ ਇੱਥੇ ਫਿਰ ਅਤਕਥਨੀ ਦੀ ਅਲੰਕਾਰ ਦੀ ਵਰਤੋਂ ਕੀਤੀ ਹੈ ਕਿ ਜਿਸ ਤਰ੍ਹਾਂ ਚਮਕ ਪਵੇ ਹਰ ਡਾਲੀ ਭਾਵ ਸੱਸੀ ਦੇ ਸੁਹੱਪਨ ਦੀ ਬਦੌਲਤ ਜੋ ਹੈ ਬਾਗ ਦੀ ਡਾਲੀ ਜਿਹੜੀ ਹੈ ਰੌਸ਼ਨ ਹੋ ਰਹੀ ਹੈ, ਭਾਵ ਚਮਕ ਰਹੀ ਹੈ। ਹਾਸ਼ਮ ਦਾਗ ਪਿਆ ਗੁਲ ਲਾਲੇ ਵੇਖ ਸੱਸੀ ਲੱਭ ਲਾਲੀ। ਇੱਥੋਂ ਤੱਕ ਕਿ ਕਵੀ ਕਹਿ ਰਿਹਾ ਹੈ ਕਿ ਗੁਲਾਲੇ ਦਾ ਜੋ ਫੁੱਲ ਹੈ ਬਹੁਤ ਖੂਬਸੂਰਤ ਹੁੰਦਾ ਹੈ, ਲਾਲ ਰੰਗ ਦਾ, ਉਹ ਵੀ ਜੋ ਹੈ ਮੱਧਮ ਪੈ ਗਿਆ ਹੈ, ਭਾਵ ਉਹ ਵੀ ਫਿੱਕਾ ਪੈ ਗਿਆ ਹੈ, ਉਸ ਨੂੰ ਵੀ ਦਾਗ ਪੈ ਗਿਆ ਹੈ। ਕਿਉਂਕਿ ਦੇਖ ਸੱਸੀ ਲੱਭ ਲਾਲੀ ਭਾਵ ਉਸ ਬਾਗ ਦੇ ਵਿੱਚ ਖਿੜਿਆ ਹੋਇਆ ਗੁਲਾਲ ਦਾ ਜਿਹੜਾ ਫੁੱਲ ਹੈ ਉਸ ਦੀ ਜਿਹੜੀ ਖੂਬਸੂਰਤੀ ਹੈ ਸੱਸੀ ਦੇ ਹੋਠਾਂ ਦੀ ਲਾਲੀ ਦੇ ਅੱਗੇ ਮੱਧਮ ਬਹਿ ਗਈ ਹੈ। ਇਹਨਾਂ ਸਤਰਾਂ ਦੇ ਵਿੱਚ ਕਵੀ ਨੇ ਸੱਸੀ ਦੀ ਸੁੰਦਰਤਾ ਨੂੰ ਬਿਆਨ ਕਰਨ ਦੇ ਲਈ ਅਤ ਕਥਨੀ ਅਲੰਕਾਰ ਜੋ ਹੈ ਉਸ ਦੀ ਵਰਤੋਂ ਕੀਤੀ ਹੈ। ਵੇਖ ਦੀਦਾਰ ਹੋਏ ਤਨ ਦੋਵੇਂ ਆਸ਼ਿਕ ਦਰਦ ਰਿੰਝਾਣੇ। ਫਿਰ ਕਵੀ ਕਹਿ ਰਿਹਾ ਹੈ ਕਿ ਜਦੋਂ ਸੱਸੀ ਅਤੇ ਪੁੰਨੂੰ ਨੇ ਉਸ ਬਾਗ ਦੇ ਵਿੱਚ ਇੱਕ ਦੂਸਰੇ ਦੇ ਆਹਮਣੇ ਸਾਹਮਣੇ ਹੋਏ, ਭਾਵ ਇੱਕਦਮ ਦੀਦਾਰ ਹੋਵੇ ਉਹਨਾਂ ਦੋਹਾਂ ਨੂੰ ਇੱਕ ਦੂਸਰੇ ਦੇ, ਅਤੇ ਉਹ ਦੋਵੇਂ ਹੀ ਬੜੇ ਹੈਰਾਨ ਵੀ ਹੋਏ ਅਤੇ ਉਹਨਾਂ ਨੂੰ ਪਹਿਲੀ ਨਜ਼ਰੇ ਇਸ ਤਰ੍ਹਾਂ ਮਹਿਸੂਸ ਹੋਇਆ ਜਿਵੇਂ ਉਹ ਸਦੀਆਂ ਤੋਂ ਇੱਕ ਦੂਜੇ ਨਾਲੋਂ ਵਿਛੜੇ ਹੋਣ। ਡਿੱਠਿਆਂ ਬਾਜ ਨਾ ਰਹਿੰਦੇ ਮੂੜੇ ਨੈਣ ਉਦਾਸ ਹਿਆਣੇ। ਅਤੇ ਇਸ ਤੋਂ ਬਾਅਦ ਇਸ ਤਰ੍ਹਾਂ ਦੀ ਉਹਨਾਂ ਦੀ ਸਥਿਤੀ ਹੋ ਗਈ ਕਿ ਉਹ ਭਾਵ ਪਲਕ ਨਾ ਝਪਕ ਸਕਣਾ, ਇੱਕਦਮ ਹੈਰਾਨੀ ਦੀ ਅਵਸਥਾ ਦੇ ਵਿੱਚ ਡਿੱਠਿਆਂ ਬਾਜ ਨਾ ਰਹਿੰਦੇ ਮੂਲੇ। ਹੁਣ ਉਹਨਾਂ ਦੀਆਂ ਅੱਖਾਂ ਜਿਹੜੀਆਂ ਸਨ ਉਹ ਝਪਕਣਾ ਭੁੱਲ ਗਈਆਂ ਸਨ, ਭਾਵ ਇੱਕ ਪਲ ਵੀ ਉਹ ਜੋ ਸਨ ਇੱਕ ਦੂਸਰੇ ਦੇ ਦੀਦਾਰ ਤੋਂ ਬਿਨਾਂ ਜੋ ਸੀ ਰਹਿ ਨਹੀਂ ਸੀ ਸਕਦੇ। ਨੈਣ ਉਦਾਸ ਇਆਣੇ, ਉਹਨਾਂ ਦੇ ਨੈਣਾਂ ਦੇ ਵਿੱਚ ਇਸ ਤਰ੍ਹਾਂ ਸੀ ਉਦਾਸੀ ਦੀ ਰੰਗਤ ਛਾ ਗਈ ਸੀ। ਸਿੱਖਦਿਆਂ ਯਾਰ ਮਿਲੇ ਜਿਸ ਦਿਲ ਨੂੰ ਕੀਮਤ ਕਦਰ ਪਛਾਣੇ। ਫਿਰ ਕਵੀ ਕਹਿ ਰਿਹਾ ਹੈ ਕਿਉਂਕਿ ਇਹ ਜੋ ਪ੍ਰੇਮ ਹੈ ਸੱਸੀ ਦਾ ਪੁੰਨੂੰ ਦਾ, ਇਹ ਕੋਈ ਦੁਨਿਆਵੀ ਪ੍ਰੇਮ ਨਹੀਂ ਹੈ, ਭਾਵ ਇਹ ਰੂਹਾਨੀ ਸੱਚਾ ਸੁੱਚਾ ਉਹ ਆਤਮਾ ਅਤੇ ਪਰਮਾਤਮਾ ਦੇ ਮੇਲ ਦੇ ਨਾਲ ਕਵੀ ਨੇ ਇੱਥੇ ਇਸ ਨੂੰ ਜੋ ਹੈ ਤੁਲਨਾਇਆ ਹੈ ਕਿ ਸਿੱਖਦਿਆਂ ਯਾਰ ਮਿਲੇ ਜਿਸ ਦਿਨ ਨੂੰ, ਕਿਉਂਕਿ ਇਹ ਸੱਚੀ ਸੁੱਚੀ ਮੁਹੱਬਤ ਸੀ ਔਰ ਇਸ ਦੀ ਕੀਮਤ ਜਿਹੜੀ ਹੈ ਸਿਰਫ ਉਹੀ ਜਾਣ ਸਕਦਾ ਹੈ ਜਿਸ ਨੇ ਨੂੰ ਕਦੀ ਆਪਣੇ ਇਸ ਤਰ੍ਹਾਂ ਪ੍ਰੀਤਮ ਪਿਆਰੇ ਦੇ ਜੋ ਹੈ ਬੜੇ ਸਿੱਕ ਦੇ ਨਾਲ, ਬੜੀਆਂ ਉਡੀਕਾਂ ਦੇ ਨਾਲ ਦੀਦਾਰ ਹੋਏ ਹੋਣ, ਉਹੀ ਉਹਨਾਂ ਦੀ ਇਸ ਮਨੋਸਥਿਤੀ ਨੂੰ ਸਮਝ ਸਕਦਾ ਹੈ। ਹਾਸ਼ਮ ਨਿਹੋ ਅਸੀਲ ਕਮਾਵਨ ਹੋਰ ਗਵਾਰ ਕੀ ਜਾਣੇ। ਫਿਰ ਇਸ ਤੋਂ ਬਾਅਦ ਹਾਸ਼ਮ ਸ਼ਾਹ ਕਹਿ ਰਿਹਾ ਹੈ ਕਿ ਨਿਹੋ ਇਹ ਜੋ ਸੱਚੀ ਸੁੱਚੀ ਮੁਹੱਬਤ ਜੋ ਹੈ ਇਹ ਅਸੀਲ ਭਾਵ ਕੁਲੀਨ ਭਾਵ ਸ਼੍ਰੇਸ਼ਠ ਜੋ ਸੱਚੀਆਂ ਸੁੱਚੀਆਂ ਆਤਮਾਵਾਂ ਹਨ ਉਹਨਾਂ ਦੇ ਹਿੱਸੇ ਆਉਂਦਾ ਹੈ। ਇਹੋ ਜਿਹਾ ਸੱਚਾ ਸੁੱਚਾ ਪ੍ਰੇਮ ਕਮਾਉਣਾ ਹੋਰ ਗਵਾਰ ਕੀ ਜਾਣੇ, ਕਿਉਂਕਿ ਦੁਨਿਆਵੀ ਲੋਕ ਜਿਹੜੇ ਨੇ ਉਹ ਇਸ ਪਿਆਰ ਦੀ ਜੋ ਉਚਾਈ ਹੈ ਭਾਵ ਜੋ ਸੁੱਚਤਾ ਹੈ ਉੱਥੋਂ ਤੱਕ ਕਿਸੇ ਦੀ ਸੋਚ ਪਹੁੰਚ ਹੀ ਨਹੀਂ ਸਕਦੀ। ਦੁਨਿਆਵੀ ਲੋਕ ਭਾਵ ਹੋਰ ਗਵਾਰ ਮੂਰਖ ਇਨਸਾਨ ਜਿਹੜਾ ਹੈ ਉਹ ਇਹਨਾਂ ਦੀ ਸੱਚੀ ਸੁੱਚੀ ਮੁਹੱਬਤ ਦੀ ਜੋ ਹੈ ਸਾਰ ਜਾਂ ਕੀਮਤ ਨਹੀਂ ਜਾਣ ਸਕਦਾ। ਪਾਰ ਲਦਾਏ ਚੱਲੇ ਕਰਵਾਨੀ ਕੇ ਚਮਦਾਏ ਸਵੇਰੇ। ਇਸ ਤਰ੍ਹਾਂ ਜਦੋਂ ਸੱਸੀ ਅਤੇ ਪੁੰਨੂੰ ਦਾ ਜੋ ਹੈ ਭਾਵ ਇੱਕ ਦੂਜੇ ਦੇ ਸੰਪਰਕ ਵਿੱਚ ਆ ਜਾਂਦੇ ਹਨ ਤਾਂ ਪਾਰ ਲਦਾਏ ਚੱਲੇ ਕਰਵਾਨੀ, ਕਿਉਂਕਿ ਉਸ ਕਾਫਿਲੇ ਨੂੰ ਕੈਦ ਕਰਨ ਦਾ ਜੋ ਸੱਸੀ ਦਾ ਮਕਸਦ ਸੀ ਉਹ ਪੁੰਨੂੰ ਨੂੰ ਪ੍ਰਾਪਤ ਕਰਨਾ ਜਾਂ ਉਸ 'ਤੇ ਦੀਦਾਰ ਕਰਨਾ ਉਹ ਪੂਰਾ ਹੋ ਜਾਂਦਾ ਹੈ। ਅਤੇ ਜਦੋਂ ਉਹਨਾਂ ਦਾ ਇਹ ਮਕਸਦ ਪੂਰਾ ਹੋ ਜਾਂਦਾ ਹੈ ਅਤੇ ਸਾਰੇ ਕਰਵਾਨ ਭਾਵ ਜੋ ਕਾਫਿਲੇ ਦੇ ਵਿੱਚ ਆਏ ਵਪਾਰੀ ਸਨ ਉਹ ਸਾਰਾ ਆਪਣਾ ਮਾਲ ਅਸਬਾਬ ਲੱਦ ਕੇ ਊਠਾਂ 'ਤੇ ਕੇਚਮ ਦਾਏ ਸਵੇਰੇ, ਤੜਕੇ ਸਵੇਰ ਸਾਰ ਹੀ ਕੇਚਮ ਸ਼ਹਿਰ ਵੱਲ ਨੂੰ ਚਾਲੇ ਪਾਉਣ ਦੀਆਂ ਤਿਆਰੀਆਂ ਕਰ ਲੈਂਦੇ ਹਨ। ਆਖ ਰਹੇ ਚੱਲ ਹੋਤ ਪੁੰਨੂੰ ਨੂੰ ਜੋੜਨ ਦਸਤ ਬਥੇਰੇ। ਅਤੇ ਉਸ ਤੋਂ ਬਾਅਦ ਉਹਨਾਂ ਨੇ
ਜੋ ਹੈ ਹੋਤ ਪੁੰਨੂ ਨੂੰ ਵੀ ਜੋ ਹੈ ਬਹੁਤ ਕਿਹਾ ਵਾਪਸ ਪਰਤਣ ਦੇ ਲਈ। ਉਹਨਾਂ ਦੇ ਅੱਗੇ ਹੱਥ ਵੀ ਜੋੜੇ, ਜੋੜਨ ਦਸ ਤੋਂ ਭਾਵ ਹੈ ਹੱਥ ਵੀ ਬਥੇਰੇ ਜੋੜੇ ਵਾਸਤੇ ਪਾਏ ਵਾਪਸ ਪਰਤਣ ਦੇ। ਹੋਏ ਲਾਚਾਰ ਚਲੇ ਕਰਵਾਨੀ, ਤੋੜ ਦਿੱਤੇ ਉਹਨੇ ਡੇਰੇ। ਪਰ ਪੁੰਨੂ ਵਾਪਸ ਪਰਤਣ ਦੇ ਲਈ ਤਿਆਰ ਨਹੀਂ ਹੁੰਦਾ ਅਤੇ ਇਸ ਤਰ੍ਹਾਂ ਉਹ ਲਾਚਾਰ ਹੋ ਕੇ ਅੰਤ ਪਰੇਸ਼ਾਨ ਹੋ ਕੇ ਜੋ ਹੈ ਆਪਣੇ ਕਾਫਲੇ ਨੂੰ ਤੋੜ ਦਿੰਦੇ ਨੇ। ਉੱਥੇ ਤੋੜ ਦਿੱਤੇ ਉਹਨੇ ਡੇਰੇ। ਹਾਸ਼ਮ ਇਸ਼ਕ ਜਿਨ੍ਹਾਂ ਤਿੰਨ ਵਸਿਆ, ਤਨ ਵਸਿਆ ਕੌਣ ਤਿੰਨਾਂ ਦਿਲ। ਫਿਰ ਇਸ ਤਰ੍ਹਾਂ ਹਾਸ਼ਮ ਸ਼ਾਹ ਕਹਿ ਰਿਹਾ ਹੈ ਕਿ ਸੱਚੀ ਸੁੱਚੀ ਮੁਹੱਬਤ ਜੋ ਹੈ, ਇਸ਼ਕ ਜੋ ਹੈ ਜਿਨ੍ਹਾਂ ਦਿਲਾਂ ਦੇ ਵਿੱਚ ਵਸ ਜਾਂਦਾ ਹੈ, ਜਿਨ੍ਹਾਂ ਹਿਰਦਿਆਂ ਦੇ ਵਿੱਚ ਵਸ ਜਾਂਦਾ ਹੈ, ਉਹਨਾਂ ਦੇ ਜਿਹੜੇ ਫੈਸਲੇ ਨੇ ਉਹ ਅੜਿਗ ਹੁੰਦੇ ਨੇ, ਭਾਵ ਉਹ ਦ੍ਰਿੜ ਸੰਕਲਪ ਦੇ ਨਾਲ ਜੋ ਹੈ ਇਸ ਰਸਤੇ 'ਤੇ ਤੁਰਦੇ ਨੇ। ਸੱਚੀ ਸੁੱਚੀ ਮੁਹੱਬਤ ਜਿਹੜੀ ਹੈ ਉਸ ਨੂੰ ਆਪਣੀ ਮੰਜ਼ਿਲ ਤੱਕ ਪਹੁੰਚਣ ਦੇ ਲਈ ਜੋ ਹੈ ਸਮਾਜ ਕਿਸੇ ਤਰ੍ਹਾਂ ਵੀ ਰੋਕ ਨਹੀਂ ਸਕਦਾ ਜਾਂ ਰਾਹ ਦੇ ਵਿੱਚ ਰੁਕਾਵਟ ਖੜੀ ਨਹੀਂ ਕਰ ਸਕਦਾ, ਕਿਉਂਕਿ ਜਿਨ੍ਹਾਂ ਦੇ ਦਿਲਾਂ ਦੇ ਵਿੱਚ ਜੋ ਸੱਚੀ ਮੁਹੱਬਤ ਹੈ, ਜੋ ਇਬਾਦਤ ਵਰਗੀ ਹੈ, ਜੋ ਬੰਦਗੀ ਵਰਗੀ ਹੈ, ਉਸ ਜਿਨ੍ਹਾਂ ਦਿਲਾਂ ਦੇ ਵਿੱਚ ਉਹ ਮੁਹੱਬਤ ਜਿਹੜੀ ਹੈ ਉਹ ਇਸ਼ਕ ਰੂਹਾਨੀ ਵਸ ਜਾਂਦਾ ਹੈ, ਉਹਨਾਂ ਨੂੰ ਆਪਣੇ ਫੈਸਲਿਆਂ ਤੋਂ ਕੋਈ ਵੀ ਬਦਲਾ ਨਹੀਂ ਸਕਦਾ। ਠੀਕ ਇਸੇ ਤਰ੍ਹਾਂ ਜੋ ਹੈ ਪੁੰਨੂ ਆਪਣੇ ਸ਼ਹਿਰ ਕੇਚਮ ਜਾਣ ਤੋਂ ਜਦੋਂ ਇੱਕ ਵਾਰੀ ਮੁਨਕਰ ਹੋ ਜਾਂਦਾ ਹੈ, ਕਾਫਲੇ ਨੂੰ ਮਨ੍ਹਾ ਕਰ ਦਿੰਦਾ ਹੈ, ਤਾਂ ਫਿਰ ਕਿਸੇ ਵੀ ਕੀਮਤ 'ਤੇ ਉਸਨੂੰ ਕੇਚਮ ਜਾਣ ਦੇ ਲਈ ਉਹ ਤਿਆਰ ਨਹੀਂ ਕਰ ਸਕਦੇ। ਕੇਚਮ ਆਏ ਕਹਿਆ ਕਰਵਾਨਾ, ਬਾਤ ਜਿਵੇਂ ਕੁਛ ਆਹੀ। ਤਾਂ ਉਹ ਕਰਵਾਨਾ ਦਾ ਜੋ ਵਪਾਰੀਆਂ ਦਾ ਕਾਫਲਾ ਸੀ, ਜਦੋਂ ਕੇਚਮ ਸ਼ਹਿਰ ਵਾਪਸ ਪੁੱਜ ਜਾਂਦਾ ਹੈ ਤਾਂ ਉਹ ਸਾਰੀ ਹਕੀਕਤ ਜਿਹੜੀ ਹੈ ਪੁੰਨੂ ਦੇ ਪਿਤਾ ਹੋਤ ਅਲੀ ਦੇ ਦਰਬਾਰ ਦੇ ਵਿੱਚ ਆ ਕੇ ਦੱਸ ਦਿੰਦੇ ਨੇ। ਬਾਤ ਜਿਵੇਂ ਕੁਛ ਆਹੀ, ਜੋ ਵੀ ਉਹਨਾਂ ਨੇ ਉੱਥੇ ਬਾਤ ਵੇਖੀ ਡਿੱਠੀ ਸੀ, ਜੋ ਸਾਰੀ ਹਕੀਕਤ ਸੀ ਉਹ ਖੋਲ੍ਹ ਕੇ ਦੱਸ ਦਿੰਦੇ ਨੇ। ਹੋਤ ਅਸੀਰ ਸੱਸੀ ਵਸ ਕੀਤਾ, ਜ਼ੁਲਫ ਕੁੰਡਲ ਘੱਤ ਫਾਹੀ। ਕੀ ਕਹਿ ਰਹੇ ਨੇ ਕਿ ਹੋਤ ਭਾਵ ਅਸੀਰ ਤੋਂ ਭਾਵ ਹੈ ਸ਼ਹਿਜ਼ਾਦਾ ਅਮੀਰ ਹੋਤ ਜਿਹੜਾ ਹੈ ਪੁੰਨੂ, ਉਹ ਉੱਥੋਂ ਦੀ ਸ਼ਹਿਜ਼ਾਦੀ ਸੱਸੀ ਨੇ ਆਪਣੇ ਵੱਸ ਦੇ ਵਿੱਚ ਕਰ ਲਿਆ ਹੈ। ਕਿਸ ਤਰ੍ਹਾਂ? ਜ਼ੁਲਫ ਕੁੰਡਲ ਘੱਤ ਫਾਹੀ ਭਾਵ ਆਪਣੇ ਰੂਪ ਜਾਲ ਦੇ ਵਿੱਚ ਉਸਨੂੰ ਫਸਾ ਲਿਆ ਹੈ, ਆਪਣਾ ਕੈਦੀ ਬਣਾ ਲਿਆ ਹੈ, ਆਪਣਾ ਗੁਲਾਮ ਕਰ ਲਿਆ ਹੈ। ਆਉਣ ਜਾਣ ਨਾ ਯਾਦ ਪੁੰਨੂ ਨੂੰ ਇਸ਼ਕ ਦਿੱਤੀ ਬਦਰਾਹੀ। ਅਤੇ ਨਾਲ ਉਹ ਕੀ ਕਹਿ ਰਹੇ ਨੇ ਕਿ ਪੁੰਨੂ ਨੂੰ ਤਾਂ ਹੁਣ ਆਪਣੇ ਸ਼ਹਿਰ ਵਾਪਸ ਪਰਤਣਾ ਜੋ ਹੈ ਬਿਲਕੁਲ ਯਾਦ ਹੀ ਨਹੀਂ, ਭੁੱਲ ਗਿਆ ਹੈ ਕੇਚਮ ਸ਼ਹਿਰ ਨੂੰ। ਕਿਉਂ? ਕਿਉਂਕਿ ਇਸ਼ਕ ਦਿੱਤੀ ਬਦਰਾਹੀ। ਇਸ਼ਕ ਜੋ ਹੈ ਸੱਸੀ ਦੇ ਇਸ਼ਕ ਨੇ ਉਸਨੂੰ ਬਦਰਾਹ ਭਾਵ ਗੁੰਮਰਾਹ ਕਰ ਦਿੱਤਾ ਹੈ, ਉਹ ਗਲਤ ਰਸਤੇ 'ਤੇ ਤੁਰ ਪਿਆ ਹੈ। ਉਹ ਅਜਿਹੀ ਗੱਲ ਕਿਉਂ ਕਹਿ ਰਹੇ ਨੇ? ਕਿਉਂਕਿ ਉਹ ਸੱਸੀ ਪੁੰਨੂ ਦੀ ਜੋ ਮੁਹੱਬਤ ਹੈ ਉਸਨੂੰ ਸਿਰਫ ਇਸ਼ਕ ਜੋ ਹੈ ਮਿਜ਼ਾਜੀ ਸਮਝ ਰਹੇ ਨੇ। ਅਸਲ ਦੇ ਵਿੱਚ ਉਹ ਇਹਨਾਂ ਦੇ ਇਸ਼ਕ ਦੀ ਜੋ ਸੂਚਮਤਾ ਹੈ ਉਸ ਤੱਕ ਪੁੱਜ ਹੀ ਨਹੀਂ ਸਕੇ। ਇਸ ਲਈ ਹਾਸ਼ਮ ਸ਼ਾਹ ਕਹਿ ਰਿਹਾ ਕਿ ਹਾਸ਼ਮ ਹਾਲ ਸੁਣਾਏ ਬਲੋਚਾਂ, ਤੇਗ ਪਿਓ ਤਨ ਵਾਹੀ। ਇਸ ਤਰ੍ਹਾਂ ਉਹਨਾਂ ਬਲੋਚ ਵਪਾਰੀਆਂ ਨੇ ਜੋ ਪੁੰਨੂ ਦੀ ਸਥਿਤੀ ਸੀ ਬਲੋਚ ਸ਼ਹਿਰ ਦੀ, ਪੰਬੋਰ ਸ਼ਹਿਰ ਦੀ, ਉਸ ਸਾਰੇ ਹਾਲ ਨੂੰ ਬਿਆਨ ਕਰ ਦਿੱਤਾ, ਸੁਣਾ ਦਿੱਤਾ। ਕਿਸ ਨੂੰ? ਪੁੰਨੂ ਦੇ ਪਿਤਾ ਨੂੰ। ਤੇਗ ਪਿਓ ਤਨਵਾਹੀ। ਅਤੇ ਇਸ ਤਰ੍ਹਾਂ ਜੋ ਉਹਨਾਂ ਨੇ ਸ਼ਬਦ ਕਹੇ, ਉਹਨਾਂ ਸ਼ਬਦਾਂ ਨੂੰ, ਉਸ ਕਹਾਣੀ ਨੂੰ, ਉਸ ਹਕੀਕਤ ਨੂੰ ਸੁਣ ਕੇ ਪੁੰਨੂ ਦਾ ਜੋ ਪਿਓ ਸੀ, ਪਿਤਾ ਸੀ, ਉਹਦੀ ਸਥਿਤੀ ਇਸ ਤਰ੍ਹਾਂ ਸੀ ਜਿਵੇਂ ਕਿਸੇ ਨੇ ਉਸਦੇ ਕਾਲਜੇ ਨੂੰ ਤੇਗ ਦੇ ਨਾਲ, ਤਿੱਖੀ ਤੇਗ ਦੇ ਨਾਲ ਜ਼ਖਮੀ ਕਰ ਦਿੱਤਾ ਹੋਵੇ, ਤਲਵਾਰ ਦੇ ਨਾਲ ਜ਼ਖਮੀ ਕਰ ਦਿੱਤਾ ਹੋਵੇ। ਜਿਵੇਂ ਕਿਸੇ ਨੇ ਤਲਵਾਰ ਦੇ ਨਾਲ ਸਰੀਰ ਨੂੰ ਵੱਢ ਦੇਵੇ ਕੋਈ ਕਿਸੇ ਅੰਗ ਨੂੰ, ਤਾਂ ਜੋ ਦੁੱਖ ਹੁੰਦਾ ਹੈ, ਦਰਦ ਹੁੰਦਾ ਹੈ, ਠੀਕ ਉਸੇ ਤਰ੍ਹਾਂ ਦੀ ਸਥਿਤੀ ਜਿਹੜੀ ਸੀ ਪੁੰਨੂ ਦੇ ਬਾਰੇ ਅਜਿਹੀਆਂ ਗੱਲਾਂ ਸੁਣ ਕੇ ਪੁੰਨੂ ਦੇ ਪਿਤਾ ਦੀ ਹੋ ਰਹੀ ਸੀ। ਛੁਤਰ ਸਵਾਰ ਭਰਾਓ ਪੁੰਨੂ ਦੇ, ਫੇਰ ਪੁੰਨੂ ਵੱਲ ਧਾਏ। ਫਿਰ ਕਵੀ ਕਹਿ ਰਿਹਾ ਹੈ ਕਿ ਜਦੋਂ ਪੁੰਨੂ ਦੀ ਇਸ ਹਕੀਕਤ ਦਾ ਪੁੰਨੂ ਦੇ ਘਰ ਨੂੰ, ਉਸਦੇ ਪਿਤਾ ਨੂੰ, ਉਸਦੇ ਭਰਾਵਾਂ ਨੂੰ ਪਤਾ ਚੱਲਿਆ, ਤਾਂ ਉਹ ਛੁਤਰ ਉਸੇ ਵੇਲੇ ਆਪਣੇ ਊਠਾਂ 'ਤੇ ਸਵਾਰ ਹੋ ਕੇ, ਕੌਣ? ਭਰਾਓ ਪੁੰਨੂ ਦੇ ਭਰਾ ਜੋ ਸਨ, ਫੇਰ ਪੁੰਨੂ ਵੱਲ ਧਾਏ, ਫਿਰ ਵਾਪਸ ਪੰਬੋਰ ਸ਼ਹਿਰ ਵੱਲ ਨੂੰ ਚਾਲੇ ਪਾ ਦਿੰਦੇ ਹਨ। ਕਿਸ ਲਈ? ਪੁੰਨੂ ਨੂੰ ਵਾਪਸ ਲੈ ਜਾਣ ਦੇ ਲਈ। ਤੇਜ਼ ਬਲਾਏ ਸ਼ਰਾਬ ਸੁਰਾਹੀ, ਨਾਲ ਲੁਕਾਏ ਲਿਆਏ। ਫਿਰ ਕਵੀ ਕਹਿ ਰਿਹਾ ਹੈ ਕਿ ਉਹ ਬਹੁਤ ਹੀ ਤੇਜ਼ ਕਿਸਮ ਦੀ ਸ਼ਰਾਬ ਦੀ ਇੱਕ ਸੁਰਾਹੀ ਭਰ ਕੇ ਜੋ ਸਨ ਆਪਣੇ ਨਾਲ ਲੁਕਾ ਕੇ, ਛੁਪਾ ਕੇ ਲੈ ਆਏ ਸਨ। ਕਿਉਂ? ਕਿਉਂਕਿ ਡਿੱਠੀ ਪੇਸ
ਨਾ ਜਾਂਦੀ ਹਰਗਿਜ਼ ਓੜਕ ਧਰੋ ਕਮਾਏ, ਕਿਉਂਕਿ ਉਹਨਾਂ ਨੇ ਪਹਿਲਾਂ ਹੀ ਇਹ ਫੈਸਲਾ ਕਰ ਲਿਆ ਸੀ ਕਿ ਪਹਿਲਾਂ ਉਹ ਪਿਆਰ ਦੇ ਨਾਲ ਪੁੰਨੂੰ ਨੂੰ ਮਨਾਉਣ ਦੀ ਕੋਸ਼ਿਸ਼ ਕਰਨਗੇ ਵਾਪਸ ਪਰਤਣ ਦੇ ਲਈ। ਜੇਕਰ ਉਹ ਉਹਨਾਂ ਦੀ ਗੱਲ ਨੂੰ ਨਾ ਮੰਨਿਆ, ਜਦੋਂ ਉਹਨਾਂ ਦੀ ਕੋਈ ਪੇਸ਼ ਨਾ ਗਈ ਪੁੰਨੂੰ ਦੇ ਅੱਗੇ ਬਿਲਕੁਲ ਵੀ, ਓੜਕ ਧਰੋ ਕਮਾਏ, ਅਤੇ ਅੰਤ ਓੜਕ ਭਾਵ ਅੰਤ ਨੂੰ ਫਿਰ ਉਹ ਭਾਵੇਂ ਧੋਖੇ ਦੇ ਨਾਲ ਉਸ ਨੂੰ ਲਿਆਉਣਾ ਪਏ, ਉਹ ਆਪਣਾ ਪੂਰਾ ਵਾਹ ਲਾ ਕੇ ਉਸ ਨੂੰ ਵਾਪਸ ਲੈ ਕੇ ਹੀ ਆਉਣਗੇ। ਜੇਕਰ ਸਿੱਧੇ ਹੱਥੀਂ ਆ ਜਾਂਦਾ ਹੈ ਤਾਂ ਠੀਕ ਹੈ, ਨਹੀਂ ਤਾਂ ਉਹ ਪੂਰਾ ਧੋਖਾ ਵੀ ਕਰਨ ਤੋਂ ਬਾਅਦ ਨਹੀਂ ਆਉਣਗੇ। ਪਰ ਉਹਨਾਂ ਦਾ ਇੱਕੋ ਇੱਕ ਮਿਸ਼ਨ ਹੈ, ਉਹ ਕੀ ਹੈ ਕਿ ਪੁੰਨੂੰ ਨੂੰ ਵਾਪਸ ਲੈ ਕੇ ਪਰਤਣਾ। ਹਾਸ਼ਮ ਆਖ ਕਿੰਨੇ ਸੁਖ ਪਾਇਆ ਬੇਇਨਸਾਫ ਦੁਖਾਏ। ਇੱਥੇ ਫਿਰ ਹਾਸ਼ਮ ਸ਼ਾਹ ਨੇ ਅਟਲ ਸੱਚਾਈ ਦਾ ਜ਼ਿਕਰ ਕੀਤਾ ਹੈ। ਹਾਸ਼ਮ ਕਹਿ ਰਿਹਾ ਹੈ ਕਿ ਵੇਖੋ, ਆਖ ਕਿੰਨੇ, ਹਾਸ਼ਮ ਕਹਿ ਰਿਹਾ ਹੈ ਕਿੰਨੇ ਸੁਖ ਪਾਇਆ, ਕਿ ਇਸ ਸੰਸਾਰ ਦੇ ਵਿੱਚ ਉਹ ਕੋਈ ਅਜਿਹਾ ਸ਼ਖਸ ਹੈ ਹੀ ਨਹੀਂ ਜਿਸ ਨੇ ਬੇਇਨਸਾਫ ਮਨੁੱਖ ਨੂੰ ਜੋ ਹੈ ਦੁਖਾ ਕੇ, ਉਸ ਦਾ ਦਿਲ ਦੁਖਾ ਕੇ ਜਾਂ ਕਿਸੇ ਦੇ ਨਾਲ ਬੇਇਨਸਾਫੀ ਕਰਕੇ ਸੁਖ ਪਾਇਆ ਹੋਵੇ। ਭਾਵ ਇੱਕ ਅਜਿਹਾ ਕਦਮ ਚੁੱਕਣ ਦਾ ਫੈਸਲਾ ਜੋ ਸਨ ਪੁੰਨੂੰ ਦੇ ਭਰਾ ਕਰਕੇ ਆਏ ਸਨ ਕਿ ਧੋਖੇ ਦੇ ਨਾਲ ਉਹ ਪੁੰਨੂੰ ਨੂੰ ਵਾਪਸ ਲੈ ਜਾਣਗੇ। ਅਤੇ ਇਹ ਧੋਖਾ ਜਿਹੜਾ ਸੀ, ਇਹ ਬਹੁਤ ਵੱਡੀ ਬੇਇਨਸਾਫੀ ਸੀ ਸੱਸੀ ਅਤੇ ਪੁੰਨੂੰ ਦੇ ਲਈ। ਇਸ ਤਰ੍ਹਾਂ ਕਵੀ ਕਹਿ ਰਿਹਾ ਹੈ ਕਿ ਇਸ ਸੰਸਾਰ ਦੇ ਉੱਤੇ ਜੋ ਹੈ ਬੇਇਨਸਾਫ ਇਨਸਾਨ ਜੋ ਹੈ, ਜੋ ਕਿਸੇ ਬੇਕਸੂਰ ਮਨੁੱਖ ਨੂੰ ਦਿਖਾਉਂਦਾ ਹੈ, ਉਸਦੇ ਦਿਲ ਨੂੰ ਦੁਖੀ ਕਰਦਾ ਹੈ, ਕਿਸੇ ਦਾ ਬੁਰਾ ਕਰਦਾ ਹੈ, ਬੁਰਾ ਸੋਚਦਾ ਹੈ, ਉਹ ਕਦੇ ਵੀ ਇਸ ਸੰਸਾਰ ਦੇ ਵਿੱਚ ਸੁੱਖ ਨਹੀਂ ਪਾ ਸਕਦਾ। ਇਸ ਤਰ੍ਹਾਂ ਹਾਸ਼ਮ ਸ਼ਾਹ ਨੇ ਕਿੱਸਾ ਸੱਸੀ ਪੁੰਨੂੰ ਦੇ ਵਿੱਚ ਜੋ ਹੈ ਬਹੁਤ ਹੀ ਨਿਵੇਕਲੇ ਅੰਦਾਜ਼ ਦੇ ਵਿੱਚ, ਬਹੁਤ ਹੀ ਸੁਚੱਜੇ ਢੰਗ ਦੇ ਨਾਲ ਸੱਸੀ ਅਤੇ ਪੁੰਨੂੰ ਦੀ ਮੁਹੱਬਤ ਨੂੰ ਜੋ ਹੈ ਬਹੁਤ ਸੱਚੇ ਸੁੱਚੇ ਰੰਗ ਦੇ ਵਿੱਚ ਪ੍ਰਗਟਾਇਆ ਹੈ। ਅੱਜ ਅਸੀਂ ਇਸ ਦੀ ਭਾਗ 4 ਦੇ ਤਹਿਤ ਵਿਆਖਿਆ ਕੀਤੀ ਹੈ, ਅਤੇ ਕੱਲ੍ਹ ਨੂੰ ਭਾਗ 5 ਲੈ ਕੇ ਹਾਜ਼ਰ ਹੋਵਾਂਗੇ। ਤਦ ਤੱਕ ਲਈ ਇਜਾਜ਼ਤ। ਧੰਨਵਾਦ।